सतनाम श्री वाहिगुरु साहिब जी। प्रभ का सिमरन सब ते ऊंचा, प्रभ कै सिमरन उधरे मूचा। प्रभ कै सिमरन तृष्णा बुझै, प्रभ कै सिमरन सब किश सुझै। प्रभ कै सिमरन नाही जन्म त्रासा, प्रभ कै सिमरन पूरन आसा। प्रभ कै सिमरन मन की मल जाए, अमृत नाम रिद माहे सुमाए। प्रभ जी बसे साध की रसना, नानक जन का दासन दसना। प्रभ जी बसे साध की रसना, नानक जन का दासन दसना। दशमेश पातशाह श्री गुरु गोबिंद सिंह जी महाराज सच्चे पातशाह जी दे पावन मुखार बिंद तो उच्चारण की गई पावन गुरु फतेह दे नाल आओ जी सारे सांझ पाइए सत्कार नाल आखो वाहिगुरु जी का खालसा वाहिगुरु जी की फतेह। गुरु अर्जन साहब सच्चे पातशाह जी की ये प्यारी पावन बाणी सुखमनी साहिब जिहदे बारे तकरीबन सिख जगत का बच्चा बच्चा जाणू है अते तकरीबन हर घर दे विच हर सिख सुखमनी साहिब की पवित्र पावन बाणी नूं पढ़दा है सुणदा है ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਮਹਾਨ ਰਚਨਾ ਨੂੰ ਆਪਣੇ ਦਿਲ ਦੇ ਨਾਲ ਲਗਾ ਕੇ ਰੱਖਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਰਮ ਪਵਿੱਤਰ ਪਾਵਨ ਬਾਣੀ ਦੇ ਵਿੱਚ ਜਿਹੜੀਆਂ ਮਹਾਨ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਅਸੀਂ ਉਹਨਾਂ ਦੇ ਨਾਲ ਰੋਜ਼ਾਨਾ ਵਿਚਾਰ ਕਰਦੇ ਹਾਂ। ਪਹਿਲੀ ਅਸ਼ਟਪਦੀ ਦੀ ਚੌਥੀ ਪੌੜੀ ਅੱਜ ਸਾਡੇ ਕੋਲ ਮੌਜੂਦ ਹੈ ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਦਾਤਾਂ ਦੇ ਨਾਲ ਭਰੀ ਹੈ ਤੇ ਇਹ ਵੀ ਕਨਸੈਪਟ ਸਿਮਰਨ ਦਾ ਚੱਲ ਰਿਹਾ ਹੈ, ਪਰਮਾਤਮਾ ਦੀ ਨਾਮ ਦੀ ਗੱਲ ਚੱਲ ਰਹੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੁਰੂਆਤ ਵਿੱਚ ਜਿਹੜੀ ਪਹਿਲੀ ਪੰਕਤੀ ਵਰਤਦੇ ਨੇ ਉਹ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪਰਮਾਤਮਾ ਦਾ ਨਾਮ ਜਪਣਾ ਸਭ ਤੋਂ ਸ੍ਰੇਸ਼ਟ ਕਰਮ ਹੈ। ਬਾਕੀ ਜਿਹੜੇ ਕੰਮ ਨੇ ਉਹ ਸਾਰੇ ਦੇ ਸਾਰੇ ਇਹ ਤੋਂ ਥੱਲੇ ਨੇ। ਸਭ ਤੋਂ ਉੱਚਾ ਹੈ ਪਰਮਾਤਮਾ ਦਾ ਨਾਮ ਜਪਣਾ, ਭਾਵ ਪਰਮਾਤਮਾ ਨੂੰ ਯਾਦ ਰੱਖਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪੰਕਤੀ ਲਿਖਣ ਦਾ ਕੇਵਲ ਪ੍ਰਯੋਜਨ ਇਹ ਹੈ ਕਿ ਇਨਸਾਨ ਡਾਇਰੈਕਟ ਪਰਮਾਤਮਾ ਦੇ ਨਾਲ ਸਿੱਧਾ ਜੁੜ ਜਾਏ ਤੇ ਇਨਸਾਨ ਨੂੰ ਇਸ ਗੱਲ ਦੀ ਸਮਝ ਸੋਝੀ ਆ ਜਾਏ ਕਿ ਪਰਮਾਤਮਾ ਨੂੰ ਜਪਣਾ ਭਾਵ ਰੱਬ ਨੂੰ ਯਾਦ ਕਰਨਾ ਹੀ ਸਭ ਤੋਂ ਵਧੀਆ ਤੇ ਚੰਗਾ ਕੰਮ ਹੈ, ਕਿਉਂਕਿ ਸਿਮਰਨ ਹੀ ਸਭ ਤੋਂ ਉੱਚੇ ਦਰਜੇ ਤੇ ਹੈ। ਰੱਬ ਨੂੰ ਜਪਣਾ ਰੱਬ ਨੂੰ ਯਾਦ ਕਰਨਾ ਹੀ ਸਭ ਤੋਂ ਉੱਚੇ ਦਰਜੇ ਤੇ ਹੈ। ਬਾਕੀ ਦੇ ਜਿਹੜੇ ਧਾਰਮਿਕ ਕੰਮ ਨੇ ਉਹ ਸਾਰੇ ਦੇ ਸਾਰੇ ਤੋਂ ਥੱਲੇ ਨੇ, ਜਿਹੜੇ ਕਿ ਆਪਾਂ ਰਾਤ ਦਿਨ ਕਰਦੇ ਰਹਿੰਦੇ ਹਾਂ। ਧਾਰਮਿਕ ਕਰਮ ਕਾਂਡ ਜਿਨ੍ਹਾਂ ਦੇ ਬਾਰੇ ਗੁਰੂ ਅਰਜਨ ਸਾਹਿਬ ਖੁਦ ਲਿਖਦੇ ਨੇ ਕਿ ਕਰਮ ਧਰਮ ਪਖੰਡ ਜੋ ਦੀਸੇ ਤਿਨ ਜਮ ਜਗਾਤੀ ਲੂਟੈ, निर्वाण कीर्तन गावो करते का निमख सिमरत जित छूटै। संतो सागर पार उतरिए, जे को बचन कमावै संतन का सो गुर प्रसादी तरीए। ਜਿਹੜੇ ਕਿ ਧਾਰਮਿਕ ਤੌਰ ਤੇ ਕੀਤੇ ਜਾਣ ਵਾਲੇ ਨਿਤ ਦੇ ਕਰਮ ਕਾਂਡ ਨੇ ਉਹਨਾਂ ਕਰਮ ਕਾਂਡਾਂ ਦਾ ਲੈਵਲ ਬਹੁਤ ਥੱਲੇ ਹੈ। ਸਭ ਤੋਂ ਉਤਾਂਹ ਹੈ ਤੇ ਸਭ ਤੋਂ ਉੱਚਾ ਹੈ ਰੱਬ ਨੂੰ ਯਾਦ ਰੱਖਣਾ, ਪਰਮਾਤਮਾ ਨੂੰ ਹਰ ਵਕਤ ਅੰਗ ਸੰਗ ਜਾਣਨਾ, ਉਹਨੂੰ ਯਾਦ ਰੱਖਣਾ। ਇਹਦੇ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜੋ ਵੀ ਰਾਤ ਦਿਨ ਕਰਮਕਾਂਡ ਕਰਦਾ ਹੈ ਕਿਸੇ ਦੇ ਆਖੇ ਲੱਗ ਕੇ ਜੋ ਵਹਿਮਾਂ ਕਰਮਕਾਂਡਾਂ ਦੇ ਵਿੱਚ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਵਿਅਸਤ ਗਵਾਈ ਜਾ ਰਿਹਾ ਹੈ, ਇਹ ਲੇਖੇ ਨਹੀਂ ਲੱਗਣਾ। ਇਹਦੇ ਨਾਲ ਤੇਰੀ ਆਪਣੀ ਜ਼ਿੰਦਗੀ ਦਾ ਟਾਈਮ ਅਤੇ ਤੇਰੀ ਜ਼ਿੰਦਗੀ ਦਾ ਬੇਸ਼ਕੀਮਤੀ ਪੈਸਾ ਖਤਮ ਹੋ ਰਿਹਾ। ਅਸੀਂ ਸਤਿਗੁਰੂ ਸਾਹਿਬਾਨਾਂ ਦੇ ਜੀਵਨ ਵੱਲ ਵੀ ਝਾਤ ਮਾਰ ਕੇ ਦੇਖਦੇ ਹਾਂ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਆਉਣ ਤੋਂ ਪਹਿਲਾਂ ਕੁਝ ਕਰਮ ਕਾਂਡ ਕਰਦੇ ਹੁੰਦੇ ਸੀ, ਲੇਕਿਨ ਆਖਰਕਾਰ ਉਹਨਾਂ ਨੂੰ ਉਹ ਸਾਰੇ ਕਰਮ ਕਾਂਡ ਛੱਡਣੇ ਪਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਪਾਵਨ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਵੀ ਕੁਝ ਕਰਮ ਕਾਂਡ ਕਰਦੇ ਹੁੰਦੇ ਸੀ, ਲੇਕਿਨ ਉਹ ਸਾਰੇ ਛੱਡਣੇ ਪਏ। ਸਤਿਗੁਰੂ ਨੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਸਨ ਜਿਨ੍ਹਾਂ ਨੂੰ ਕਰਮ ਕਾਂਡਾਂ ਤੋਂ ਵਰਜਿਆ। ਇੱਥੋਂ ਤੱਕ ਕਿ ਸਤਿਗੁਰੂ ਜੀ ਨੇ ਪੰਡਿਤ ਨਿਤਿਆਨੰਦ ਵਰਗੇ ਜਿਹੜੇ ਸਨ
ਵਹਿਮਾਂ ਕਰਮਕਾਂਡਾਂ ਦੀ ਕਥਾ ਕਰਨ ਵਾਲੇ, ਗੁਰੜ ਪੁਰਾਣ ਦੀ ਕਥਾ ਕਰਨ ਵਾਲੇ, ਇਹ ਘਟਨਾ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਹੈ। ਕਿਉਂਕਿ ਪੰਡਤ ਨਿਤਿਆਨੰਦ ਨੂੰ ਇਹ ਵਹਿਮ ਹੋ ਗਿਆ ਸੀ ਵੀ ਸਿੱਖ ਜਿਹੜੇ ਹੈ ਇਹ ਮੇਰੀਆਂ ਗੱਲਾਂ ਵਿੱਚ ਆ ਜਾਣਗੇ। ਉਹਨੇ ਗੁਰੜ ਪੁਰਾਣ ਦੀ ਕਥਾ ਕਰਨੀ ਸ਼ੁਰੂ ਕਰ ਦਿੱਤੀ। ਭਾਵ ਕਿ ਸਿੱਖਾਂ ਨੂੰ ਗੁਰੜ ਪੁਰਾਣ ਦੀ ਜਿਹੜੀ ਵਿਚਾਰ ਸੀ ਉਹ ਸੁਣਾਉਣ ਦੇ ਲਈ ਸਤਿਗੁਰੂ ਨੂੰ ਰਾਜੀ ਕੀਤਾ। ਸਤਿਗੁਰੂ ਨੇ ਕਿਹਾ ਵੀ ਠੀਕ ਹੈ, ਨਾਲੇ ਸਿੱਖਾਂ ਦਾ ਲੈਵਲ ਪਰਖਦੇ ਆ ਕੀ ਹੈ। ਆਖਰਕਾਰ ਉਹ ਸਾਰੀ ਆਪਣੀ ਕਥਾ ਵਿਚਾਰਾ ਕਰਕੇ ਹਟ ਗਿਆ, ਲੇਕਿਨ ਸਿੱਖਾਂ ਦੇ ਉੱਤੇ ਕੋਈ ਅਸਰ ਨਾ ਹੋਇਆ। ਕਿਉਂਕਿ ਜਿਹੜੇ ਲੈਵਲ ਦੀਆਂ ਉਹ ਗੱਲਾਂ ਕਰਦਾ ਸੀ ਸਤਿਗੁਰੂ ਉਸ ਲੈਵਲ ਨੂੰ ਬਹੁਤ ਹੇਠਾਂ ਛੱਡ ਚੁੱਕੇ ਸਨ ਕਿ ਇਨਸਾਨ ਜਦੋਂ ਮਰਦਾ ਹੈ ਤਾਂ 365 ਦਿਨ ਲੱਗਦੇ ਨੇ ਬੰਦੇ ਨੂੰ ਪਹੁੰਚਦਿਆਂ ਹੋਇਆਂ, ਉਹਦੀ ਆਤਮਾ ਨੂੰ ਰੱਬ ਤੱਕ ਪਹੁੰਚਦਿਆਂ। ਇੱਦਾਂ ਦੇ ਕਰਮ ਕਾਂਡਾਂ ਦੀ ਗੱਲ ਸੀ। ਬਹੁਤ ਸਾਰੀਆਂ ਇੱਦਾਂ ਦੀਆਂ ਵਹਿਮਾਂ ਭਰੀਆਂ ਸਾਖੀਆਂ ਜਿਹੜੀਆਂ ਸਨ ਸਿੱਖਾਂ ਨੂੰ ਸੁਣਾਈਆਂ ਗਈਆਂ, ਪਰ ਸਿੱਖਾਂ ਨੇ ਆਖਰ ਨਬੇੜਾ ਕੀ ਕੀਤਾ ਕਿ ਪੰਡਤ ਨੂੰ ਸ਼ਰਮਸ਼ਾਰ ਹੋ ਕੇ ਜਾਣਾ ਪਿਆ ਤੇ ਪੰਡਤ ਜਿਹੜਾ ਸੀ ਉਹ ਵਿਚਾਰਾ ਅੱਕ ਗਿਆ। ਲੇਕਿਨ ਉਹ ਗੁਰੂ ਨਾਨਕ ਦੇ ਸਿੱਖਾਂ ਨੂੰ ਜਿਹੜਾ ਉਹ ਆਪਣੇ ਕਰਮ ਕਾਂਡਾਂ ਵਿੱਚ ਨਹੀਂ ਫਸਾ ਪਾਇਆ। ਬੇਅੰਤ ਗੱਲਾਂ ਨੇ ਐਸੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਟਾਈਮ ਦੀ ਘਟਨਾ ਆਪਾਂ ਸਾਰੇ ਯਾਦ ਕਰਦੇ ਹਾਂ ਕਿ ਇੱਕ ਸ਼ਨੀ ਦੇਵਤੇ ਦਾ ਉਪਾਸ਼ਕ ਪੰਡਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਇਆ ਤੇ ਆ ਕੇ ਕਹਿੰਦਾ ਵੀ ਤੁਸੀਂ ਅੱਜ ਸ਼ਨੀ ਆ ਰਿਹਾ ਤੇ ਤੁਸੀਂ ਮੈਨੂੰ ਸ਼ਨੀ ਦੇਵਤੇ ਦੀ ਪੂਜਾ ਵਾਸਤੇ ਕੁਝ ਦਾਨ ਦਿਓ। ਤੇ ਸਤਿਗੁਰੂ ਨੇ ਸਿੱਖਾਂ ਦਾ ਲੈਵਲ ਪਰਖਣਾ ਸੀ ਤੇ ਮਹਾਰਾਜ ਨੇ ਮਾਂ ਦੀ ਦਾਲ ਤੇ ਸਰਸੋਂ ਦਾ ਤੇਲ ਅਤੇ ਕੁਝ ਲੋਹਾ ਪੰਡਤ ਨੂੰ ਦਾਨ ਕਰਵਾ ਦਿੱਤਾ। ਰਸਤੇ ਵਿੱਚ ਹੀ ਸਿੱਖਾਂ ਨੇ ਪੰਡਤ ਦੇ ਕੋਲੋਂ ਸਭ ਕੁਝ ਖੋਹ ਲਿਆ। ਜਦੋਂ ਸਤਿਗੁਰੂ ਨੂੰ ਇਸ ਗੱਲ ਦਾ ਪਤਾ ਲੱਗਾ, ਸਿੱਖਾਂ ਨੇ ਕਿਉਂਕਿ ਉਹਨੂੰ ਲੋਹੇ ਨੂੰ ਢਾਲ ਕੇ ਕੜੇ ਪਾ ਲਏ ਸਨ ਤੇ ਤੇਲ ਦੇ ਵਿੱਚ ਜਿਹੜੀ ਦਾਲ ਸੀ ਉਹਨੂੰ ਤਲ ਕੇ ਤੇ ਕੁਝ ਚੀਜ਼ਾਂ ਬਣਾ ਕੇ ਖਾ ਲਈਆਂ। ਸਤਿਗੁਰੂ ਨੂੰ ਪਤਾ ਲੱਗਾ ਤੇ ਮਹਾਰਾਜ ਬਹੁਤ ਖੁਸ਼ ਹੋਏ ਕਿਉਂਕਿ ਸਤਿਗੁਰੂ ਨੇ ਕਿਹਾ ਸਿੱਖੋ ਮੈਂ ਤੁਹਾਡਾ ਲੈਵਲ ਪਰਖਣਾ ਸੀ ਵੀ ਵਾਕਈ ਤੁਸੀਂ ਅੱਜ ਵੀ ਇਹਨਾਂ ਕਰਮਕਾਂਡਾਂ ਵਿੱਚ ਫਸੇ ਹੋ ਜਾਂ ਨਹੀਂ। ਪਰ ਜੇ ਸਤਿਗੁਰੂ ਦੇ ਬਚਨਾਂ ਦੇ ਮੁਤਾਬਕ ਅੱਜ ਅਸੀਂ ਸਿੱਖਾਂ ਨੂੰ ਪਰਖੀਏ ਤਾਂ ਸਿੱਖ ਤਾਂ ਵਹਿਮਾਂ ਦੇ ਵਿੱਚ ਫਸੇ ਹੋਏ। ਕਿਉਂਕਿ ਗੁਰੂ ਅਰਜਨ ਸਾਹਿਬ ਖੁਦ ਕਹਿੰਦੇ ਨੇ ਕਿ ਰੱਬ ਦਾ ਸਿਮਰਨ ਸਭ ਤੋਂ ਉੱਚਾ ਹੈ। ਰੱਬ ਨੂੰ ਬਾਅਦ ਵਿੱਚ ਆਪਾਂ ਯਾਦ ਕਰਦੇ ਹਾਂ, ਪਹਿਲਾਂ ਆਪਾਂ ਸਾਰੇ ਕਰਮਕਾਂਡ ਕਰਦੇ ਹਾਂ। ਪਿੱਪਲਾਂ ਨੂੰ ਅਸੀਂ ਮੱਥੇ ਟੇਕਦੇ ਹਾਂ, ਬੋੜਾਂ ਨੂੰ ਅਸੀਂ ਮੱਥੇ ਟੇਕਦੇ ਹਾਂ, ਦੇਵੀ ਦੇਵਤਿਆਂ ਦੀ ਪੂਜਾ ਅਸੀਂ ਕਰਦੇ ਹਾਂ, ਹੱਥਾਂ ਵਿੱਚ ਮੌਲੀਆਂ ਧਾਗੇ ਅਸੀਂ ਬੰਨ੍ਹਦੇ ਹਾਂ, ਬਾਕੀ ਕਰਮਕਾਂਡ ਸਾਰੇ ਆਪਾਂ ਕਰਦੇ ਹਾਂ। ਔਰ ਉਹ ਕਰਮਕਾਂਡ ਜਿਹੜੇ ਹੈ ਉਹ ਸਾਨੂੰ ਗੁਰੂ ਤੋਂ ਦੂਰ ਲੈ ਕੇ ਜਾ ਰਹੇ, ਨੇੜੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਘਰ ਵਿੱਚ ਆਪਾਂ ਰੱਖਦੇ ਹਾਂ, ਪਾਠ ਨਹੀਂ ਸੁਣਨਾ ਹੁੰਦਾ, ਜੋਤ ਵੱਲ ਧਿਆਨ ਹੁੰਦਾ ਹੈ, ਨਾਰੀਅਲ ਵੱਲ ਧਿਆਨ ਹੁੰਦਾ ਹੈ, ਜਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਾਣੀ ਰੱਖ ਦਿੱਤਾ ਜਾਂਦਾ ਹੈ। ਭਾਵੇਂ ਕਿ ਪੂਰੇ 48 ਘੰਟਿਆਂ ਦੇ ਵਿੱਚ ਇੱਕ ਵੀ ਸ਼ਬਦ ਸਾਡੇ ਪੱਲੇ ਨਾ ਪਿਆ ਹੋਵੇ, ਲੇਕਿਨ ਉਹਦੇ ਤੋਂ ਬਾਅਦ ਸਾਡੀ ਜੰਗ ਇੱਥੇ ਖਤਮ ਹੁੰਦੀ ਹੈ ਕਿ ਆਹ ਜਿਹੜਾ ਪਾਣੀ ਹੈ ਅੰਮ੍ਰਿਤ ਬਣ ਗਿਆ ਤੇ ਘੁੱਟ ਘੁੱਟ ਪੀਓ ਤੇ ਪਾਰ ਉਤਾਰਾ। ਐਦਾਂ ਨਹੀਂ ਜੇ ਕੁਝ ਹੋਣ ਲੱਗਾ। ਜਿਹੜੀ ਅਸਲ ਜੋਤ ਜਗ ਰਹੀ ਉਹਦੇ ਵੱਲ ਤਾਂ ਧਿਆਨ ਨਹੀਂ, ਪਰ ਦੂਸਰੀ ਜੋਤ ਵੱਲ ਦੇਹ ਤਰੀ ਦੀ ਧਿਆਨ ਤੇ ਅਗਰਬੱਤੀਆਂ ਧੁਖਾ ਕੇ ਪਾਟੀ ਸਿੰਘਾਂ ਦਾ ਗਲਾ ਬਿਠਾਉਣ ਵੱਲ ਧਿਆਨ ਸਾਡਾ ਹੁੰਦਾ ਹੈ। ਲੇਕਿਨ ਜੋ ਸਤਿਗੁਰੂ ਕਹਿ ਰਹੇ ਨੇ ਉੱਧਰ ਸਾਡਾ ਧਿਆਨ ਨਹੀਂ ਕਿ ਭਾਈ ਰੱਬ ਨੂੰ ਯਾਦ ਰੱਖੋ। ਜਿਸ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ ਹੈ ਉਹਦੇ ਤੋਂ ਵੱਡਾ ਹੋਰ ਕੋਈ ਨਹੀਂ ਇਸ ਸੰਸਾਰ ਵਿੱਚ, ਤੇ ਜਿਹੜਾ ਇਨਸਾਨ ਉਹਨੂੰ ਯਾਦ ਕਰਦਾ ਹੈ ਨਿਮਕ ਮਾਤਰ, ਉਹਨੂੰ ਕਿਸੇ ਕਰਮਕਾਂਡ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਸ ਲਈ ਸਤਿਗੁਰੂ ਜੀ ਨੇ ਪੰਡਤ ਬ੍ਰਾਹਮਣ ਦੇ ਬਣਾਏ ਹੋਏ ਕਰਮਕਾਂਡਾਂ ਨੂੰ ਰੱਦ ਕੀਤਾ ਸੀ ਵੀ ਤੁਹਾਨੂੰ ਇਹਦੇ ਉੱਤੇ ਤੁਰਨ ਦੀ ਲੋੜ ਕੋਈ ਨਹੀਂ, ਕਿਉਂਕਿ ਇਹਦੇ ਨਾਲ ਤੁਹਾਡਾ ਕੀਮਤੀ ਜਨਮ ਜਿਹੜਾ ਵਿਅਸਤ ਜਾ ਰਿਹਾ, ਆਪਣਾ ਟਾਈਮ ਜਿਹੜਾ ਉਹ ਤੁਸੀਂ ਖਰਾਬ ਕਰ ਰਹੇ ਹੋ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਅੱਜ ਇਹੀ ਗੱਲ ਕਹਿ ਰਹੇ ਨੇ ਕਿ ਭਾਈ ਕੇਵਲ ਰੱਬ ਨੂੰ ਯਾਦ ਕਰਿਆ ਕਰੋ, ਬਾਕੀ ਦੇ ਕਰਮਕਾਂਡ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੇ ਨਾ ਕੋਈ ਕਿਸੇ ਕਰਮਕਾਂਡ ਕਰਨ ਨਾਲ ਇਨਸਾਨ ਦੇ ਜੀਵਨ ਦੇ ਅੰਦਰ ਕੋਈ ਬਦਲਾਅ ਆਉਂਦਾ ਹੈ। ਸਗੋਂ ਵਹਿਮ ਇੱਕ ਕਰਦੇ ਹੋ, ਇੱਕ ਵਹਿਮ ਹੋਰ ਹਜ਼ਾਰਾਂ ਵਹਿਮਾਂ ਨੂੰ ਜਨਮ ਦੇਈ ਜਾਂਦਾ ਹੈ। ਪ੍ਰਭ ਕਹਿ ਸਿਮਰਨ ਉਦਰੇ ਮੂਚਾ। ਪਰਮਾਤਮਾ ਨੂੰ ਯਾਦ ਕਰਨ ਵਾਲੇ ਬਹੁਤ ਵਿਕਾਰੀ ਲੋਕ ਜਿਹੜੇ ਸਨ, ਬਹੁਤ ਸਾਰੇ ਜਿਹੜੇ ਵਿਕਾਰਾਂ ਨਾਲ ਭਰੇ ਹੋਏ ਗੰਦਗੀ ਵਾਲਾ ਜੀਵਨ ਬਤੀਤ ਕਰਨ ਵਾਲੇ ਜਿਹੜੇ ਲੋਕ ਸਨ, ਉਹਨਾਂ ਦਾ ਵੀ ਬਚਾਅ ਹੋ ਜਾਂਦਾ, ਉਹ ਵੀ ਤਰ ਜਾਂਦੇ ਨੇ। ਜਿਹੜੇ ਮਾਲਕ ਨੂੰ ਯਾਦ ਕਰਦੇ ਨੇ, ਪਰਮਾਤਮਾ ਨੂੰ ਯਾਦ ਕਰਦੇ ਨੇ। ਹੁਣ ਗੁਰੂ ਅਰਜਨ ਸਾਹਿਬ ਦੇ ਇਸ ਬਚਨ ਤੋਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਗੱਲ ਯਾਦ ਆ ਜਾਂਦੀ ਹੈ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਉਹੀ ਅੰਤ ਨੂੰ ਸਹਾਈ ਹੁੰਦਾ ਹੈ। ਪਰਮਾਤਮਾ ਦੇ ਨਾਮ ਵਿੱਚ ਬੜੀ ਪਾਵਰ ਹੈ, ਬੜੀ ਸ਼ਕਤੀ ਹੈ, ਬੜੀ ਤਾਕਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰਗਤ ਪਾਈ। ਗਣਕਾ ਵੇਸ਼ਵਾ ਸੀ ਜਿਹਨੂੰ ਲੋਕ ਮਾੜਾ ਕਹਿੰਦੇ ਸਨ, ਲੇਕਿਨ ਉਹ ਵੀ ਜਦੋਂ ਰੱਬ ਵਾਲੇ ਪਾਸੇ ਜੁੜੀ, ਚੰਗੇ ਪਾਸੇ ਜੁੜੀ, ਉਹਦਾ ਵੀ ਪਾਰ ਉਤਾਰਾ ਹੋਇਆ। ਅਜਾਮਲ ਜਿਹੜਾ ਗਲਤ ਕੰਮ ਕਰਨ ਵਾਲਾ ਇਨਸਾਨ ਸੀ, ਰਾਤ ਦਿਨ ਵਿਕਾਰੀ ਸੋਚ ਵਾਲਾ ਇਨਸਾਨ ਸੀ, ਰੱਬ ਨੇ ਉਹਦਾ ਵੀ ਪਾਰ ਉਤਾਰਾ ਕਰ ਦਿੱਤਾ। ਭਾਵ ਜੇਕਰ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਪ੍ਰਭੂ ਵੱਲ ਜੁੜ ਜਾਂਦਾ ਹੈ, ਚੰਗੇ ਪਾਸੇ ਲੱਗ ਜਾਂਦਾ ਹੈ, ਤੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹਦੇ ਅੰਦਰ ਨੂੰ ਚੰਗੀ ਤਰ੍ਹਾਂ ਧੋ ਦਿੰਦਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਤੀਰਥ ਨਹਾਵਣ ਜਾਉ
ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਰਾ। ਹਉ ਨਾਮ ਹਰਿ ਕਾ ਸਦਾ ਜਾਚੂ, ਦੇਹ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ। ਵੇਖੋ, ਦੁਨੀਆ ਬਿਮਾਰ ਹੈ ਔਰ ਇਹਨੂੰ ਸਹੀ ਕਰਨ ਲਈ ਇਲਾਜ ਕੇਵਲ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਹੁਣ ਬਹੁਤ ਸਾਰੇ ਜਿਹੜੇ ਲੋਕ ਸਨ ਉਹਨਾਂ ਦੇ ਵਿਕਾਰ ਧੋਤੇ ਗਏ, ਪਾਪ ਧੋਤੇ ਗਏ, ਜੀਵਨ ਗੰਦਲਾ ਸੀ ਉਹ ਸਾਫ਼ ਹੋ ਗਿਆ। ਕਿਹਦੀ ਵਜ੍ਹਾ ਨਾਲ? ਪਰਮਾਤਮਾ ਨੂੰ ਯਾਦ ਕਰਨ ਨਾਲ ਉਹਨਾਂ ਨੂੰ ਆਪਣੇ ਜੀਵਨ ਨੂੰ ਸੁਧਾਰਨ ਦਾ ਮੌਕਾ ਮਿਲ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ, ਗਲਤ ਕੰਮ ਇੱਕ ਕਰੋਗੇ ਉਸ ਤੋਂ ਬਾਅਦ ਹੋਰ ਹਜ਼ਾਰਾਂ ਕਰਨੇ ਪੈਣੇ ਆ। ਇੱਕ ਝੂਠ ਬੋਲੋਗੇ ਹਜ਼ਾਰਾਂ ਉਹਨੂੰ ਛੁਪਾਉਣ ਵਾਸਤੇ ਹੋਰ ਬੋਲਣੇ ਪੈਣੇ ਆ, ਕਿਉਂਕਿ ਗੰਦਗੀ ਸਵਾਦ ਦਿੰਦੀ ਹੈ, ਗੰਦੇ ਕੰਮ ਸਵਾਦ ਦਿੰਦੇ ਨੇ। ਹੁਣ ਗਲਤ ਕੰਮ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਕਿ ਦੇ ਕਿਵਾੜ ਅਨੇਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ। ਹੁਣ ਇਹ ਸਮਝ ਉਹਨੂੰ ਲੱਗਦੀ ਹੈ ਜਿਹੜਾ ਰੱਬੀ ਸਿਮਰਨ ਦੇ ਰਸਤੇ ਉੱਤੇ ਤੁਰ ਪਿਆ, ਜਿਹੜਾ ਇਸ ਰਸਤੇ ਵੱਲ ਵੱਧ ਜਾਂਦਾ, ਤੁਰ ਪੈਂਦਾ ਹੈ। ਫਿਰ ਉਹਨੂੰ ਇਹ ਸਮਝ ਲੱਗਦੀ ਮਾੜਾ ਪਾਸਾ ਚੰਗਾ ਜ਼ਰੂਰ ਲੱਗਦਾ ਹੁੰਦਾ ਹੈ, ਪਰ ਇਸ ਰਸਤੇ ਉੱਤੇ ਤੁਰਿਆਂ ਕੇਵਲ ਖੁਆਰੀ ਹੀ ਬੰਦੇ ਦੇ ਪੱਲੇ ਪੈਂਦੀ ਹੈ। ਜੀਵਨ ਦੇ ਵਿੱਚ ਬਰਬਾਦੀ ਹੀ ਆਉਂਦੀ ਹੈ। ਜਦੋਂ ਘਰਾਂ ਦੇ ਘਰ ਉਜੜ ਜਾਂਦੇ ਨੇ, ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਨੇ, ਦੇਸ਼ਾਂ ਦੇ ਦੇਸ਼ ਉਜੜ ਜਾਂਦੇ ਨੇ, ਜੀਵਨ ਤਬਾਹ ਹੋ ਜਾਂਦਾ ਹੈ। ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਕਿਉਂਕਿ ਜੀਵਨ ਕਨਫਿਊਜ਼ਨ ਹੋ ਜਾਂਦਾ। ਜੀਵਨ ਜਿਹੜਾ ਇੱਕ ਚੱਕਰਵਿਊਹ ਦੇ ਵਿੱਚ ਫਸ ਜਾਂਦਾ ਹੈ, ਕਿਉਂਕਿ ਗਲਤ ਕੰਮ ਇੱਕ ਕਰਦੇ ਆ, ਹਜ਼ਾਰਾਂ ਉਸ ਗਲਤ ਕੰਮ ਨੂੰ ਛੁਪਾਉਣ ਲਈ ਹੋਰ ਗਲਤ ਕੰਮ ਸਾਨੂੰ ਕਰਨੇ ਪੈਂਦੇ। ਸੋ ਸਤਿਗੁਰੂ ਜੀ ਕਹਿੰਦੇ ਨੇ ਪਰ ਪਰਮਾਤਮਾ ਦੇ ਨਾਮ ਵਿੱਚ ਇੰਨੀ ਕੁ ਸ਼ਕਤੀ, ਇੰਨੀ ਕੁ ਪਾਵਰ ਹੈ ਕਿ ਜਿਹੜਾ ਇਨਸਾਨ ਉਸ ਰਸਤੇ ਉੱਤੇ ਤੁਰਦਾ ਹੈ ਨਾ, ਭਾਵ ਰੱਬ ਦਾ ਨਾਮ ਕੀ ਚੰਗੇ ਪਾਸੇ ਵੱਲ ਕਦਮ ਵਧਾਉਣੇ, ਉਹਦੇ ਡਰ, ਉਹਦੇ ਭੈ ਵਿੱਚ ਜਿਉਣਾ ਵੀ ਕੋਈ ਸਾਨੂੰ ਵੇਖ ਰਿਹਾ ਹੈ, ਜਿਨਨੇ ਸਾਨੂੰ ਪੈਦਾ ਕੀਤਾ, ਜਿਨਨੇ ਸਾਡੀ ਬਣਾਵਟ ਤਿਆਰ ਕੀਤੀ, ਜਿਨਨੇ ਸਾਨੂੰ ਬਣਾਇਆ ਹੈ। ਅਸੀਂ ਉਹਨੂੰ ਵੀ ਯਾਦ ਰੱਖਣਾ ਹੈ, ਉਹਦੇ ਭੈ ਵਿੱਚ ਵੀ ਤੁਰਨਾ ਹੈ। ਅਸੀਂ ਉਹਨੂੰ ਵੀ ਯਾਦ ਰੱਖਣਾ ਹੈ, ਉਹਦੇ ਡਰ ਦੇ ਵਿੱਚ ਵੀ ਤੁਰਨਾ ਹੈ। ਅਸੀਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਪਰਿਕਰਮਾ ਕਿਉਂ ਕਰਦੇ ਹਾਂ? ਅਸੀਂ ਮੱਥਾ ਟੇਕ ਕੇ ਪਰਿਕਰਮਾ ਕਿਉਂ ਕਰਦੇ ਹਾਂ? ਅਸੀਂ ਕਦੀ ਕਿਸੇ ਨੇ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਪਰਿਕਰਮਾ ਕਿਉਂ ਕੀਤੀ ਜਾਂਦੀ ਹੈ? ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ, ਇੱਕ ਫਲਸਫਾ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਅਸੀਂ ਕਹਿੰਦੇ ਸਤਿਗੁਰੂ ਅੱਜ ਤੋਂ ਬਾਅਦ ਸਿਰ ਤੇਰਾ ਹੋ ਗਿਆ। ਉਹ ਗੱਲ ਵੱਖਰੀ ਹੈ ਵੀ ਅਸੀਂ ਮੱਥਾ ਟੇਕ ਕੇ ਵੀ ਗੁਰੂ ਨੂੰ ਸਿਰ ਨਹੀਂ ਦਿੰਦੇ, ਇਹ ਸਾਡੀ ਆਪਣੀ ਸੋਚ ਹੈ। ਪਰ ਇਹਦਾ ਮੀਨਿੰਗ ਇਹੀ ਹੁੰਦਾ ਹੈ ਵੀ ਸਤਿਗੁਰੂ ਮੱਥਾ ਟੇਕਿਆ, ਇਹਦਾ ਮਤਲਬ ਕਿ ਅੱਜ ਤੋਂ ਬਾਅਦ ਸਿਰ ਤੇਰਾ ਹੋ ਗਿਆ। ਇਹ ਸੋਚ ਤੇਰੀ ਹੋ ਗਈ, ਅੱਖਾਂ ਤੇਰੇ ਮੁਤਾਬਕ ਵੇਖਣਗੀਆਂ, ਜ਼ੁਬਾਨ ਤੇਰੇ ਮੁਤਾਬਕ ਬੋਲੇਗੀ, ਕੰਨ ਤੇਰੇ ਮੁਤਾਬਕ ਸੁਣਨਗੇ, ਜੀਵਨ ਤੇਰੇ ਮੁਤਾਬਕ ਢਲੇਗਾ। ਫਿਰ ਜਦੋਂ ਅਸੀਂ ਪਰਿਕਰਮਾ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਵੀ ਸਤਿਗੁਰੂ ਅੱਜ ਤੋਂ ਬਾਅਦ ਸਾਡਾ ਕੇਂਦਰ ਤੂੰ ਹੈ, ਸਾਡਾ ਧੁਰਾ ਤੂੰ ਹੈ। ਅਸੀਂ ਕੇਵਲ ਤੇਰੇ ਧੁਰੇ ਦੇ ਮੁਤਾਬਕ ਤੁਰਾਂਗੇ, ਅਸੀਂ ਤੈਨੂੰ ਛੱਡ ਕੇ ਕਦੇ ਆਸੇ-ਪਾਸੇ ਨਹੀਂ ਜਾਵਾਂਗੇ। ਇਹ ਜ਼ਿੰਦਗੀ ਦਾ ਚੱਕਰ ਤੇਰੇ ਹੀ ਆਸੇ-ਪਾਸੇ ਘੁੰਮੇਗਾ। ਉਹ ਗੱਲ ਵੱਖਰੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਬਾਅਦ 'ਚ ਲੱਖਾਂ ਦੇ ਦਾਤੇ ਦੀ ਪੂਜਾ, ਮਸਤਾਂ ਦੀ ਪੂਜਾ, ਮੜੀਆਂ ਮਸਾਨਾਂ ਦੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ, ਹੋਰ ਬੜੇ ਪਖੰਡ ਕਰਦੇ ਹਾਂ। ਉਹ ਗੱਲ ਵੱਖਰੀ ਹੈ, ਪਰ ਸਹੀ ਮਾਇਨੇ 'ਚ ਗੁਰੂ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਨ ਦਾ ਫਲਸਫਾ ਇਹ ਦੱਸਦਾ ਹੈ ਕਿ ਅੱਜ ਤੋਂ ਬਾਅਦ ਅਸੀਂ ਸਤਿਗੁਰੂ ਤੇਰੇ ਹੋ ਗਏ। ਹੁਣ ਗੁਰੂ ਅਰਜਨ ਸਾਹਿਬ ਅੱਗੇ ਕਹਿੰਦੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਇੱਕ ਭੁੱਖ ਦਾ ਨਾਮ ਹੈ, ਜਿਹੜੀ ਕਿਸੇ ਚੀਜ਼ ਉੱਤੇ ਵੀ ਢੁਕਾਈ ਜਾ ਸਕਦੀ ਹੈ, ਭਾਵੇਂ ਉਹ ਕਿਸੇ ਦੀ ਰੂਪ ਦੇ ਉੱਤੇ ਹੋਵੇ, ਭਾਵੇਂ ਪੈਸੇ ਉੱਤੇ ਹੋਵੇ, ਭਾਵੇਂ ਕਿਸੇ ਹੋਰ ਚੀਜ਼ ਉੱਤੇ ਹੋਵੇ। ਤ੍ਰਿਸ਼ਨਾ ਬੰਦੇ ਨੂੰ ਇੱਕ ਭੁੱਖ ਪੈਦਾ ਹੋ ਜਾਂਦੀ ਹੈ। ਯਾਦ ਰੱਖਿਓ, 2 ਰੋਟੀਆਂ ਖਾ ਕੇ ਢਿੱਡ ਤਾਂ ਰੱਜ ਜਾਂਦਾ ਹੈ, ਪਰ ਜਿਨ੍ਹਾਂ ਦੀਆਂ ਅੱਖਾਂ ਵਿੱਚ ਭੁੱਖ ਹੋਵੇ ਕਿੱਦਾਂ ਮਿਟੇਗੀ ਉਹ? ਤ੍ਰਿਸ਼ਨਾ ਬਹੁਤ ਮਾੜੀ ਚੀਜ਼ ਹੈ। ਜਿਨ੍ਹਾਂ ਲੋਕਾਂ ਨੂੰ ਇਹ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਨਾ ਵੀ ਨਹੀਂ, ਮੇਰੇ ਕੋਲ ਘੱਟ ਹੈ, ਉਹਦੇ ਕੋਲ ਜ਼ਿਆਦਾ ਹੈ ਤੇ ਮੈਂ ਉਹਦਾ ਖੋ ਕੇ ਘਰ ਭਰਨਾ ਹੈ, ਉਹ ਘਰ ਨਹੀਂ ਭਰਦੇ ਹੁੰਦੇ। ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭਾਵੇਂ ਉਹ ਤ੍ਰਿਸ਼ਨਾ ਪੈਸੇ ਦੀ ਹੈ ਤਾਂ ਵੀ ਬੰਦਾ ਨਹੀਂ ਰੱਜੇਗਾ। ਉਹ ਜੇ ਤ੍ਰਿਸ਼ਨਾ ਵਸ ਗਈ ਨਾ ਅੱਖਾਂ ਵਿੱਚ, ਜੀਵਨ ਵਿੱਚ, ਤੇ ਜੇ ਕਿਸੇ ਦੇ ਰੂਪ ਦੀ ਵਸ ਗਈ ਤਾਂ ਵੀ ਖਤਮ ਨਹੀਂ ਹੋਣੀ। ਆਪਾਂ ਕਹਿੰਦੇ ਵੀ ਸਾਡਾ ਜੀਵਨ ਸਾਥੀ ਮਾੜਾ ਹੈ, ਦੂਜੇ ਦਾ ਜ਼ਿਆਦਾ ਚੰਗਾ ਹੈ, ਉਹਦੇ ਨਿਗਾਹ ਰੱਖੋ। ਫਿਰ ਇਨਸਾਨ ਇੱਕ ਘਰ ਟੱਪਦਾ, 2 ਟੱਪਦਾ, 3 ਟੱਪਦਾ, ਪਤਾ ਹੀ ਉਦੋਂ ਲੱਗਦਾ ਜਦੋਂ ਇਨਸਾਨ ਇਹ ਜ਼ਿੰਦਗੀ ਟੱਪ ਜਾਂਦਾ ਹੈ, ਪਰ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਬੰਦੇ ਦੀ। ਬਹੁਤ ਸਾਰੀਆਂ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ, ਬਹੁਤ ਸਾਰੇ ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਸ਼ਬਦ ਢੁਕਦਾ।
ਅਸੀਂ ਆਪਣੇ ਜੀਵਨ ਤੋਂ ਖੁਸ਼ ਨਹੀਂ ਹੁੰਨੇ ਆ, ਰੱਜਦੇ ਨਹੀਂ ਆ। ਜਿੱਥੇ ਅਸੀਂ ਬੈਠੇ ਆ ਉੱਥੇ ਆਪਾਂ ਖੁਸ਼ ਨਹੀਂ ਆ। ਇੱਕ ਬੜੀ ਪਿਆਰੀ ਜੀ ਮੈਨੂੰ ਗੱਲ ਯਾਦ ਆ ਰਹੀ। ਇੱਕ ਬੱਚਾ ਆਪਣੇ ਟੀਚਰ ਨੂੰ ਕੁਝ ਸਵਾਲ ਕਰਦਾ ਵੀ ਫਲਾਣਾ ਸਬਜੈਕਟ ਮੈਨੂੰ ਨਹੀਂ ਆਉਂਦਾ ਤੇ ਕੀ ਮੈਂ ਜੇ ਰੱਬ ਅੱਗੇ ਅਰਦਾਸ ਕਰਾਂ ਵੀ ਅੱਜ ਉਹ ਸਾਡਾ ਟੀਚਰ ਹੀ ਨਾ ਆਵੇ ਤਾਂ ਕੀ ਰੱਬ ਸਾਡੀ ਅਰਦਾਸ ਕਬੂਲੇਗਾ? ਮਾਸਟਰ ਨੇ ਅੱਗੋਂ ਜਵਾਬ ਦਿੱਤਾ, ਪੁੱਤਰਾ ਜੇ ਤੂੰ ਇਹ ਅਰਦਾਸ ਕਰਿਆ ਵੀ ਜੋ ਮੈਨੂੰ ਨਹੀਂ ਆਉਂਦਾ ਪ੍ਰਮਾਤਮਾ ਉਹ ਮੇਰੇ ਪੱਲੇ ਪਾ, ਮੈਨੂੰ ਸਮਝ ਦੇ, ਬੁੱਧ ਦੇ, ਤੇ ਤੇਰੀ ਅਰਦਾਸ ਪ੍ਰਵਾਨ ਹੋਏਗੀ। ਗੱਲ ਸੱਚੀ ਹੈ। ਅਸੀਂ ਕੁਝ ਹੋਰ ਪਾਸੇ ਤੁਰੇ ਫਿਰਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹੀ ਸਾਡੇ ਪੱਲੇ ਪਾਉਣਾ ਚਾਹੁੰਦੇ ਨੇ ਕਿ ਭਾਈ ਤ੍ਰਿਸ਼ਨਾ ਬਹੁਤ ਮਾੜੀ ਚੀਜ਼ ਹੈ, ਪਰ ਜਦੋਂ ਕਿਸੇ ਇਨਸਾਨ ਉੱਤੇ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਤਾਂ ਫਿਰ ਇਨਸਾਨ ਦੇ ਜੀਵਨ ਵਿੱਚ ਰੱਜ ਆ ਜਾਂਦਾ ਹੈ, ਰਜੇਵਾਂ ਆ ਜਾਂਦਾ ਹੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਫਿਰ ਹਰੇਕ ਚੀਜ਼ ਦੀ ਸਮਝ ਆ ਜਾਂਦੀ ਹੈ, ਚੰਗੇ ਅਤੇ ਮਾੜੇ ਦੀ। ਸਮਾਜ ਦਾ ਨਾ ਨਕਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਜਾਂਦਾ ਹੈ। ਚੰਗਾ ਕੀ ਹੈ, ਮਾੜਾ ਕੀ ਪਤਾ ਲੱਗ ਜਾਂਦਾ ਹੈ, ਸੱਚ ਕੀ ਹੈ, ਝੂਠ ਕੀ ਹੈ ਤੇ ਪਤਾ ਲੱਗ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਸਪਸ਼ਟ ਉਦੋਂ ਹੋ ਜਾਂਦੀਆਂ ਨੇ ਜਦੋਂ ਅਸੀਂ ਪ੍ਰਮਾਤਮਾ ਦੇ ਵੱਲ ਆਪਣਾ ਕਦਮ ਪੁੱਟਣਾ ਸ਼ੁਰੂ ਕਰ ਦਿੰਦੇ ਹਾਂ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਜਮਾਂ ਦਾ ਡਰ। ਇੱਕ ਹੁੰਦਾ ਮੌਤ। ਮੌਤ ਤਾਂ ਗੁਰੂ ਦਾ ਸਿੱਖ ਮੰਨਦਾ ਹੀ ਨਹੀਂ, ਕਿਉਂਕਿ ਹਰ ਬੰਦੇ ਨੇ ਮਰਨਾ ਹੈ, ਉਹਦੀ ਕੋਈ ਟੈਨਸ਼ਨ ਨਹੀਂ। ਪਰ ਇੱਕ ਦੂਸਰੀ ਗੱਲ ਹੈ ਵਿਕਾਰਾਂ ਰੂਪ ਜਮਾਂ ਤੋਂ ਬਚ ਕੇ ਰਹਿਣਾ। ਸਤਿਗੁਰ ਕਹਿੰਦੇ ਉਹਦਾ ਵੀ ਡਰ ਖਤਮ ਹੋ ਜਾਂਦਾ ਹੈ। ਇਨਸਾਨ ਬੁਰਾਈਆਂ ਤੋਂ ਡਰ ਕੇ ਭੱਜਦਾ ਨਹੀਂ, ਉਹਨਾਂ ਦਾ ਸਾਹਮਣਾ ਕਰਨ ਲੱਗ ਪੈਂਦਾ। ਤੇ ਇਨਸਾਨ ਦੇ ਜੀਵਨ ਵਿੱਚੋਂ ਇਹ ਵੀ ਚੀਜ਼ ਖਤਮ ਹੋ ਜਾਂਦੀ ਹੈ ਵੀ ਕੋਈ ਮਰਨ ਤੋਂ ਬਾਅਦ ਜਮਦੂਤ ਆ ਕੇ ਲੈ ਕੇ ਜਾਂਦੇ ਨੇ। ਸਿੱਖ ਨੂੰ ਸਮਝ ਆ ਜਾਂਦੀ ਹੈ ਵੀ ਸਭ ਤੋਂ ਵੱਡਾ ਜਮਦੂਤ ਸਾਡਾ ਆਪਣਾ ਭੈੜਾਪਨ ਹੈ, ਆਪਣੇ ਜੀਵਨ ਦੀਆਂ ਬੁਰਾਈਆਂ ਨੇ। ਫਿਰ ਉਹਨੂੰ ਉਹ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ, ਆਸ਼ਾਵਾਂ ਇੱਛਾਵਾਂ ਜਿਨ੍ਹਾਂ ਉੱਤੇ ਹਰ ਬੰਦਾ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਇੱਛਾਵਾਂ ਵੱਧਦੀਆਂ ਰਹਿੰਦੀਆਂ ਨੇ। ਜਿਵੇਂ ਅੱਗ ਦੀ ਕਦੇ ਭੁੱਖ ਨਹੀਂ ਨਾ ਖਤਮ ਹੁੰਦੀ, ਇਦਾਂ ਬੰਦੇ ਦੇ ਮਨ ਦੀ ਹੈ, ਕਦੇ ਖਤਮ ਨਹੀਂ ਹੁੰਦੀ। ਅੱਗ ਪੂਰੀ ਦੁਨੀਆ ਨੂੰ ਸਾੜ ਦੇਗੀ ਫਿਰ ਵੀ ਰੱਜਦੀ ਨਹੀਂ ਹੈ, ਇਦਾਂ ਹੀ ਬੰਦੇ ਦੀ ਭੁੱਖ ਹੈ। ਪਰ ਉਹ ਇਨਸਾਨ ਰੱਜ ਜਾਂਦਾ ਹੈ, ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜਿਹੜਾ ਰੱਬ ਵੱਲ ਕਦਮ ਪੁੱਟਦਾ ਹੈ, ਰੱਬੀ ਸਿਮਰਨ ਵੱਲ ਆਪਣੇ ਮਨ ਨੂੰ ਜੋੜ ਲੈਂਦਾ ਹੈ, ਭਾਵ ਉਹ ਰੱਜ ਜਾਂਦਾ ਹੈ, ਉਹਦੀਆਂ ਇੱਛਾਵਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਉਹ ਭੁੱਖਾ ਹੋ ਕੇ ਵੀ ਭੁੱਖਾ ਨਹੀਂ ਹੁੰਦਾ, ਉਹ ਮਾਣ ਤਾਕਤ ਪ੍ਰਾਪਤ ਕਰਕੇ ਵੀ ਨਿਮਾਣਾ ਰਹਿੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹ ਕੇ ਦੇਖ ਲਓ ਕਿ ਜਦੋਂ ਵੀ ਕਿਸੇ ਮਹਿੰਗੀ ਚੀਜ਼ ਨੂੰ ਵੇਖਦੇ ਨੇ ਤੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਮੈਂ ਇਹ ਦਰਬਾਰ ਸਾਹਿਬ ਵਿੱਚ ਚੜ੍ਹਾ ਦੇਵਾਂ। ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਦੇ ਵਿੱਚ ਉਹਨਾਂ ਨੇ ਬਹੁਤ ਬੇਸ਼ਕੀਮਤੀ ਸਿਹਰਾ ਜਿਹੜਾ ਸੀ ਉਹ ਆਪਣੇ ਬੱਚੇ ਦੇ ਸਿਰ ਨਹੀਂ ਸਗੋਂ ਦਰਬਾਰ ਸਾਹਿਬ ਵਿੱਚ ਚੜ੍ਹਾ ਦਿੱਤਾ। ਬਹੁਤ ਸਾਰੇ ਐਸੇ ਸਿੱਖ ਨੇ ਦੁਨੀਆ ਵਿੱਚ, ਉਹਨਾਂ ਦੀ ਸਭ ਕੁਝ ਹੋਣ ਦੇ ਬਾਵਜੂਦ ਵੀ ਭੁੱਖ ਜਿਹੜੀ ਉਹ ਖਤਮ ਹੋ ਗਈ। ਪਰ ਇੱਧਰ ਸਭ ਕੁਝ ਹੋਣ ਦੇ ਬਾਵਜੂਦ ਹੋਰ ਭੁੱਖਾਂ ਵਧੀਆਂ ਰਹਿੰਦੀਆਂ ਨੇ। ਆਹ ਵੀ ਹੋ ਜਾਵੇ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਲਿਉ ਲਿਉ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਇਹ ਸੋਗ। ਆਹ ਜਿਹੜੀ ਲਉ ਲਉ ਕਰਨ ਦੀ ਬਿਰਤੀ ਹੁੰਦੀ ਨਾ, ਇਹਦੇ ਨਾਲ ਡਿਪਰੈਸ਼ਨ ਪੈਦਾ ਹੁੰਦਾ ਹੈ, ਸੋਗ, ਚਿੰਤਾ। ਲਿਉ ਲਿਉ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਇਹ ਸੋਗ। ਲਖਮੀ ਬਰਸਿਓ ਜਿਉ ਲਿਉ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਸੁਖੀ ਜੀਵਨ ਉਦੋਂ ਬਣਦਾ ਹੈ ਜਦੋਂ ਸੁਖਮਨੀ ਸਾਹਿਬ ਜਿਹੜੀ ਸਾਨੂੰ ਸਿੱਖਿਆ ਦੇ ਰਹੀ ਹੈ, ਡਾਇਰੈਕਸ਼ਨ ਦੇ ਰਹੀ ਹੈ, ਉਹਦੇ ਮੁਤਾਬਕ ਅਸੀਂ ਤੁਰਾਂਗੇ ਤਾਂ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਹੁਣ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਅੰਦਰੋਂ ਇਹ ਵੀ ਚੀਜ਼ ਪੈਦਾ ਹੋ ਜਾਂਦੀ ਹੈ ਕਿ ਉਹਦਾ ਮਨ ਬਿਲਕੁਲ ਪਾਕ ਪਵਿੱਤਰ ਹੋ ਜਾਂਦਾ। ਉਹਦੇ ਮਨ ਦੀ ਮੈਲ ਜਿਹੜੀ ਹੈ ਲੱਥ ਜਾਂਦੀ ਹੈ। ਉਹ ਵੈਰ ਵਿਰੋਧ ਈਰਖਾ ਦਵੈਸ਼ ਆਦਿਕ ਤੋਂ ਬਚ ਜਾਂਦਾ ਹੈ ਤੇ ਪ੍ਰਮਾਤਮਾ ਉਹਦੇ ਮਨ ਨੂੰ ਬਹੁਤ ਪਾਕ ਪਵਿੱਤਰ ਬਣਾ ਦਿੰਦਾ ਹੈ। ਅੰਦਰੋਂ ਕਲੀਨ ਹੋ ਜਾਂਦਾ ਹੈ, ਕੱਲਾ ਬਾਹਰੋਂ ਨਹੀਂ ਨਾ ਹੁੰਦਾ, ਉਹ ਅੰਦਰੋਂ ਵੀ ਕਲੀਨ ਹੋ ਜਾਂਦਾ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਫਿਰ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਆਤਮਕ ਜੀਵਨ ਨੂੰ ਅਮਰ ਕਰ ਦੇਣ ਵਾਲਾ ਨਾਮ ਵਸ ਜਾਂਦਾ ਹੈ। ਅੰਮ੍ਰਿਤ ਨਾਮ ਜਿਹਨੂੰ ਆਪਾਂ ਕਹਿੰਦੇ, ਉਹ ਜੀਵਨ ਵਿੱਚ ਵਸ ਜਾਂਦਾ ਹੈ। ਫਿਰ ਉਹ ਅੰਦਰੋਂ ਜਿਉਂਦਾ ਰਹਿੰਦਾ ਹੈ। ਉਹ ਇਨਸਾਨ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਮਰਨ ਤੋਂ ਬਾਅਦ ਵੀ ਜਿਉਂਦਾ ਰਹਿੰਦਾ। ਜਿਵੇਂ ਅੱਜ ਅਸੀਂ ਰੱਬ ਨੂੰ ਪਿਆਰ ਕਰਨ ਵਾਲਿਆਂ ਨੂੰ ਯਾਦ ਰੱਖਦੇ ਹਾਂ, ਸਦੀਆਂ ਲੰਘ ਗਈਆਂ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ ਤੇ ਮਹਿਸੂਸ ਕਰਦੇ ਹਾਂ ਉਹ ਅੱਜ ਵੀ ਜਿਉਂਦੇ ਨੇ। ਜਿਵੇਂ ਵਜ਼ੀਦੇ ਨੂੰ ਇਹ ਗੱਲ ਕਹੀ ਸੀ ਛੋਟੇ ਸਾਹਿਬਜ਼ਾਦਿਆਂ ਨੇ ਕਿ ਤੂੰ ਸਾਨੂੰ ਮਾਰ ਕੇ ਇਹ ਨਾ ਸਮਝੀ ਕਿ ਅਸੀਂ ਮਰ ਗਏ, ਅਸੀਂ ਸਦਾ ਜਿਉਂਦੇ ਰਹਿਣਾ ਹੈ, ਪਰ ਯਾਦ ਰੱਖੀ ਵਜ਼ੀਦਿਆ ਤੂੰ ਇੱਕ ਇੱਕ ਪਲ ਮਰੇਗਾ। ਔਰ ਐਸਾ ਹੋਇਆ ਵੀ। ਸੋ ਪਰਮਾਤਮਾ ਵੱਲ ਜੁੜਿਆ ਜਿਹੜਾ ਇਨਸਾਨ ਹੈ ਉਹ ਆਤਮਿਕ ਤੌਰ ਤੇ ਹਮੇਸ਼ਾ ਜਿਉਂਦਾ ਰਹਿੰਦਾ ਹੈ, ਕਿਉਂਕਿ ਉਹਦੇ ਜੀਵਨ ਵਿੱਚ ਪਰਮਾਤਮਾ ਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਗੁਰਮੁਖ ਜਿਨ੍ਹਾਂ ਦਾ ਮੂੰਹ ਆਪਣੇ ਗੁਰੂ ਵੱਲ ਹੋ ਗਿਆ ਉਹਨੂੰ ਕਹਿੰਦੇ ਸਾਧ। ਜਿਹਨੇ ਆਪਣੇ ਮਨ ਨੂੰ ਸਾਧ ਲਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਕੰਟਰੋਲ 'ਚ ਕਰ ਲਿਆ, ਵਸ ਵਿੱਚ ਕਰ ਲਿਆ, ਉਹਨਾਂ ਨੂੰ ਸਾਧ ਆਖਿਆ ਜਾਂਦਾ ਹੈ। ਇਹ ਅੱਜ ਕੱਲ੍ਹ ਦੇ ਡੁਪਲੀਕੇਟ ਸਾਧਾਂ ਦੀ ਗੱਲ ਨਹੀਂ ਹੈ। ਅੱਜ ਕੱਲ੍ਹ ਦੇ ਜਿਹੜੇ ਡੁਪਲੀਕੇਟ ਸਾਧ ਹੈ ਉਹਨਾਂ ਦੀ ਗੱਲ ਨਹੀਂ ਹੈ, ਉਹਨਾਂ ਉੱਤੇ ਸ਼ਬਦ ਨਹੀਂ ਹੈ।
ਇਹਦਾ ਆਖਰੀ ਅਰਥ ਹੈ ਗੁਰਮੁਖ, ਰੱਬ ਨਾਲ ਜੁੜਿਆ ਹੋਇਆ ਸ਼ਖਸ, ਜਿਹਨੇ ਮਨ ਨੂੰ ਸਾਧਿਆ, ਜਿਹਨੇ ਮਨ ਨੂੰ ਸਿੱਧਾ ਕਰ ਲਿਆ, ਆਪਣੇ ਮੁਤਾਬਕ ਤੋਰ ਲਿਆ। ਅਸੀਂ ਮਨ ਮੁਤਾਬਕ ਤੁਰਦੇ ਹਾਂ, ਪਰ ਗੁਰਮੁਖ ਦਾ ਜਿਹੜਾ ਮਨ ਹੁੰਦਾ ਹੈ ਉਹ ਗੁਰੂ ਮੁਤਾਬਕ ਤੁਰਦਾ ਹੈ। ਸੋ ਜਿਹਨੇ ਮਨ ਨੂੰ ਸਾਧ ਲਿਆ ਨਾ, ਉਹਦੀ ਜ਼ੁਬਾਨ ਉੱਤੇ, ਉਹਦੇ ਜੀਵਨ ਦੇ ਵਿੱਚ, ਉਹਦੇ ਰੋਮ ਰੋਮ ਵਿੱਚ ਹਮੇਸ਼ਾ ਪ੍ਰਮਾਤਮਾ ਵਸਦਾ ਹੁੰਦਾ ਹੈ। ਉਹਦੀ ਜ਼ੁਬਾਨ ਤੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਦਾ ਹੈ ਉਹ ਰੱਬੀ ਰੂਪ ਹੁੰਦਾ ਹੈ, ਭਾਵ ਕਿ ਉਹਦੇ ਜੀਵਨ ਵਿੱਚ ਕੇਵਲ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ। ਉਹ ਹਮੇਸ਼ਾ ਸਚਾਈ ਨੂੰ ਮੂਹਰੇ ਰੱਖਦਾ ਹੈ, ਉਹ ਜਗਦੀ ਜ਼ਮੀਰ ਵਾਲਾ ਹੁੰਦਾ ਹੈ, ਅਣਖ ਵਾਲਾ ਹੁੰਦਾ ਹੈ, ਤੇ ਪ੍ਰਮਾਤਮਾ ਨੂੰ ਕਦੇ ਵਿਸਾਰਦਾ ਨਹੀਂ ਹੈ। ਨਾਨਕ, ਹੇ ਨਾਨਕ, ਗੁਰੂ ਅਰਜਨ ਸਾਹਿਬ ਕਹਿੰਦੇ, ਜਨ ਕਾ ਦਾਸਨ ਦਸਨਾ, ਮੇਰੇ ਤੇ ਕਿਰਪਾ ਕਰ ਕਿ ਐਸਾ ਸ਼ਖਸ ਮੈਨੂੰ ਕਿਤੇ ਮਿਲ ਜਾਏ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਤੇ ਜਿਹਦੇ ਜੀਵਨ 'ਚ ਇੰਨਾ ਬਦਲਾਅ ਆ ਚੁੱਕਾ ਹੋਵੇ, ਮੈਂ ਉਹਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਨ ਨੂੰ ਤਿਆਰ ਹਾਂ। ਮੇਰੇ ਤੇ ਨਹੀਂ ਕੋਈ ਕਿਰਪਾ ਕਰ। ਭਾਵ ਕੀ ਹੈ ਇਸ ਗੱਲ ਦਾ ਕਿ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੈ, ਜੇਕਰ ਕੋਈ ਉਹਦੀ ਸੰਗਤ ਕਰਦਾ ਹੈ ਤਾਂ ਮੇਰੇ ਤੇ ਕਿਰਪਾ ਕਰ, ਮੈਨੂੰ ਉਹੀ ਮਿਲਾ ਦੇ ਤਾਂ ਕਿ ਮੈਂ ਉਹਦੀ ਸੰਗਤ ਕਰਕੇ ਸੱਚਾਈ ਵਾਲੇ ਪਾਸੇ ਤੁਰ ਸਕਾਂ, ਚੰਗੇ ਪਾਸੇ ਤੁਰ ਸਕਾਂ, ਤਾਂ ਕਿ ਮੇਰਾ ਜੀਵਨ ਸਾਫ਼ ਸੁਥਰਾ ਹੋ ਜਾਏ। ਮੈਂ ਸਮਾਜ ਲਈ ਭਾਰ ਨਾ ਬਣਾ, ਮੈਂ ਹਲਕਾ ਫੁਲਕਾ ਰਵਾਂ ਸਮਾਜ ਵਿੱਚ। ਸੋ ਸੁਖਮਨੀ ਸਾਹਿਬ ਦੇ ਜਿਹੜੇ ਬਚਨ ਨੇ, ਇਹ ਜੀਵਨ ਨੂੰ ਪਲਟਾ ਦੇਣ ਵਾਲੇ ਨੇ, ਬਦਲਾਓ ਦੇਣ ਵਾਲੇ ਨੇ। ਉਹ ਸਾਡੇ ਤੇ ਡਿਪੈਂਡ ਹੈ ਵੀ ਆਪਾਂ ਕਿੰਨਾ ਕੁ ਉਹਨਾਂ ਨੂੰ ਧਾਰਨ ਕਰਨਾ ਤੇ ਉਹਨਾਂ ਦੇ ਮੁਤਾਬਕ ਤੁਰਨਾ ਹੈ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।